ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਜੀ ਬरुण कौर मान। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪਹਿਲਾਂ ਆਪਾਂ ਦੇਖਦੇ ਹਾਂ ਖਾਸ ਖਬਰਾਂ। ਆਸਟ੍ਰੇਲੀਆ 'ਚ ਰਹਿਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਐਲਾਨ। ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 19 ਸੀਟਾਂ ਵਾਲਾ ਜਹਾਜ਼ ਸਵਾਰੀਆਂ ਨਾਲ 6 ਸਤੰਬਰ ਨੂੰ ਭਰੇਗਾ ਪਹਿਲੀ ਉਡਾਨ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿੱਚ ਕਿੰਨੇ ਲੱਖ ਲੋਕ ਨੇ ਬੇਰੁਜ਼ਗਾਰ? ਅੰਕੜੇ ਦੱਸਾਂਗੇ, ਤੁਸੀਂ ਰਹਿ ਜਾਓਗੇ ਹੈਰਾਨ। ਅਮਰੀਕੀ ਰਾਸ਼ਟਰਪਤੀ ਬਾਈਡਨ ਨੂੰ ਉਮੀਦ ਹੈ ਕਿ ਭਾਰਤ ਵਿੱਚ ਹੋ ਰਹੇ G20 ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ ਸ਼ੀ ਜਿਨਪਿੰਗ। ਏਸ਼ੀਆਈ ਮੂਲ ਦੇ ਲੋਕਾਂ ਦੀਆਂ ਗਹਿਣਿਆਂ ਦੀਆਂ ਦੁਕਾਨਾਂ ਲੁੱਟਣ ਦੇ ਦੋਸ਼ ਵਿੱਚ 16 ਵਿਅਕਤੀ ਗ੍ਰਿਫਤਾਰ। ਖਬਰ ਅਮਰੀਕਾ ਤੋਂ ਹੈ। ਬ੍ਰਿਟਿਸ਼ ਕੋਲੰਬੀਆ 'ਚ ਜਨਵਰੀ ਤੋਂ ਜੁਲਾਈ ਤੱਕ ਨਸ਼ਿਆਂ ਨੇ ਲਈ 1455 ਲੋਕਾਂ ਦੀ ਜਾਨ। US ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਪ੍ਰਾਊਡ ਬॉयਜ਼ ਦੇ 2 ਆਗੂਆਂ ਨੂੰ ਸੁਣਾਈ ਗਈ ਸਜ਼ਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਆਸਟ੍ਰੇਲੀਆਈ ਸਰਕਾਰ ਨੇ ਫਰਵਰੀ 2024 ਤੋਂ ਬਾਅਦ ਮਹਾਮਾਰੀ ਇਵੈਂਟ ਵੀਜ਼ਾ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਅਸਥਾਈ ਕਾਮਿਆਂ ਨੂੰ ਦੇਸ਼ ਵਿੱਚ ਰਹਿਣ ਦੇ ਲਈ ਹੋਰ ਵਿਕਲਪਾਂ ਦੀ ਭਾਲ ਕਰਨ ਦੇ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਗੌਰਤਲਬ ਹੈ ਕਿ ਇਸ ਐਲਾਨ ਦੇ ਨਾਲ ਆਸਟ੍ਰੇਲੀਆ ਵਿੱਚ ਵੱਡੀ ਗਿਣਤੀ 'ਚ ਰਹਿ ਰਿਹਾ ਪੰਜਾਬੀ ਭਾਈਚਾਰਾ ਵੀ ਪ੍ਰਭਾਵਿਤ ਹੋਵੇਗਾ। ਸਬ ਕਲਾਸ 408 ਵਜੋਂ ਵੀ ਜਾਣਿਆ ਜਾਂਦਾ ਹੈ ਵੀਜ਼ਾ 2020 ਵਿੱਚ ਮਹਾਮਾਰੀ ਦੇ ਸਿਖਰ ਦੇ ਦੌਰਾਨ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਸਹਾਇਤਾ ਲਈ ਪੇਸ਼ ਕੀਤਾ ਗਿਆ ਸੀ ਜੋ ਦੇਸ਼ ਛੱਡਣ ਦੇ ਵਿੱਚ ਅਸਮਰੱਥ ਨੇ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓਨੀਲ ਅਤੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਨੇ ਸਾਂਝੇ ਤੌਰ ਤੇ ਵੀਰਵਾਰ ਨੂੰ ਐਲਾਨ ਕੀਤਾ ਕਿ ਫਰਵਰੀ 2024 ਤੋਂ ਸਾਰੇ ਬਿਨੇਕਾਰਾਂ ਲਈ ਵੀਜ਼ਾ ਬੰਦ ਕਰ ਦਿੱਤਾ ਜਾਏਗਾ। ਇੱਕ ਪਰਿਵਰਤਨਸ਼ੀਲ ਉਪਾਅ ਵਜੋਂ ਇਹ ਘੋਸ਼ਣਾ ਕੀਤੀ ਗਈ ਸੀ ਕਿ 2 ਸਤੰਬਰ 2023 ਤੋਂ ਮਹਾਮਾਰੀ ਇਵੈਂਟ ਵੀਜ਼ਾ ਕੇਵਲ ਮੌਜੂਦਾ ਧਾਰਕਾਂ ਲਈ ਅਰਜ਼ੀਆਂ ਲਈ ਖੁੱਲ੍ਹਾ ਹੋਏਗਾ। ਸ਼ਨੀਵਾਰ ਤੋਂ ਨਵੀਆਂ ਅਰਜ਼ੀਆਂ ਨੂੰ 6 ਮਹੀਨੇ ਦਾ ਵੀਜ਼ਾ ਮਿਲੇਗਾ ਅਤੇ 405 ਆਸਟ੍ਰੇਲੀਆਈ ਡਾਲਰ ਦਾ ਇੱਕ ਅਰਜ਼ੀ ਚਾਰਜ ਵੀ ਲਗਾਇਆ ਜਾਏਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਕੇਵਲ ਉਹਨਾਂ ਲੋਕਾਂ ਦੁਆਰਾ ਵਰਤਿਆ ਜਾ ਰਿਹਾ ਹੈ ਜਿਨ੍ਹਾਂ ਦੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਯੋਗਦਾਨ ਪਾਉਣ ਦੀ ਅਸਲ ਲੋੜ ਹੈ। ਇਨ੍ਹਾਂ ਨਵੀਆਂ ਤਬਦੀਲਾਂ ਅਨੁਸਾਰ ਵੈਧ ਮਹਾਮਾਰੀ ਇਵੈਂਟ ਵੀਜ਼ਾ ਵਾਲੇ ਲੋਕ ਉਦੋਂ ਤੱਕ ਕਾਨੂੰਨੀ ਰਹਿਣਗੇ ਜਦੋਂ ਤੱਕ ਉਹਨਾਂ ਦੇ ਮੌਜੂਦਾ ਵੀਜ਼ੇ ਦੀ ਮਿਆਦ ਖਤਮ ਨਹੀਂ ਹੋ ਜਾਂਦੀ। ਜਿਨ੍ਹਾਂ ਦੇ ਕੋਲ ਹੋਰ ਵੀਜ਼ਾ ਅਰਜ਼ੀਆਂ ਲਈ ਕੋਈ ਵਿਕਲਪ ਨਹੀਂ ਹਨ, ਉਹਨਾਂ ਦੇ ਵੀਜ਼ੇ ਦੀ ਮਿਆਦ ਪੁੱਗਣ ਤੇ ਆਸਟ੍ਰੇਲੀਆ ਛੱਡਣ ਦੀ ਉਮੀਦ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਐਂਥਨੀ ਨੇ ਜਿਹੜੀ ਉਹਨਾਂ ਦੀ ਸਰਕਾਰ ਹੈ ਉਸਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਸੀਮਿਤ ਕੰਮ ਦੇ ਘੰਟੇ ਅਤੇ ਵਰਕਿੰਗ ਹੌਲੀਡੇ ਵੀਜ਼ਾ ਧਾਰਕਾਂ ਲਈ ਕੰਮ ਵਿੱਚ ਛੋਟਾਂ ਸਮੇਤ ਕੋਵਿਡ ਯੁੱਗ ਦੇ ਉਪਮਾਵਾਂ ਦੀ ਇੱਕ ਲੜੀ ਨੂੰ ਖਤਮ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਮਹਾਮਾਰੀ ਇਵੈਂਟ ਵੀਜ਼ਾ ਸ਼ੁਰੂ ਵਿੱਚ ਆਸਟ੍ਰੇਲੀਆ 'ਚ ਉਹਨਾਂ ਵਿਦੇਸ਼ੀ ਸਟੂਡੈਂਟਸ ਅਤੇ ਰਾਹਤ ਪ੍ਰਦਾਨ ਕਰਨ ਦੇ ਲਈ ਪੇਸ਼ ਕੀਤਾ ਗਿਆ ਸੀ ਜੋ ਕੋਵਿਡ ਸੰਬੰਧਿਤ ਸਰਹੱਦੀ ਬੰਦ ਹੋਣ ਕਾਰਨ ਦੇਸ਼ ਛੱਡਣ ਵਿੱਚ ਅਸਮਰੱਥ ਸਨ। ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਸਨਅਤਕਾਰਾਂ ਨੂੰ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ 6 ਸਤੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਹਵਾਈ ਜਹਾਜ਼ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 6 ਸਤੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 19 ਸੀਟਾਂ ਵਾਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਪਹਿਲੀ ਉਡਾਨ ਭਰੇਗਾ ਜਿਸ ਦੀ ਸਮਾਂ ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ। ਲੁਧਿਆਣਾ ਤੋਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਦਿੱਲੀ ਹਵਾਈ ਅੱਡੇ ਦੀ ਬਜਾਏ ਦਿੱਲੀ ਦੇ ਨੇੜੇ ਗਾਜ਼ੀਆਬਾਦ ਵਿੱਚ ਬਣੇ ਹਿੰਡਨ ਹਵਾਈ ਅੱਡੇ ਤੇ ਪੁੱਜੇਗੀ। ਲੁਧਿਆਣਾ ਦੇ ਗਾਜ਼ੀਆਬਾਦ ਹਵਾਈ ਅੱਡੇ ਤੇ ਹਵਾਈ ਜਹਾਜ਼ ਸੇਵਾ ਸ਼ੁਰੂ ਕਰਨ ਦੇ ਲਈ ਗੜਗਾਉਂ ਦੀ ਹਵਾਈ ਕੰਪਨੀ ਫਲਾਈਂਗ ਦਾ DSH 6400 ਜਹਾਜ਼ ਦੇਹਰਾਦੂਨ ਤੋਂ ਹਿੰਡਨ ਅਤੇ ਲੁਧਿਆਣਾ ਲਈ ਉਡਾਨ ਭਰੇਗਾ। ਹਵਾਈ ਸੇਵਾ ਸ਼ੁਰੂ ਕਰਨ ਦੀ ਪੁਸ਼ਟੀ ਸਾਹਨੇਵਾਲ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ। ਹਵਾਈ ਜਹਾਜ਼ ਸੇਵਾ ਸ਼ੁਰੂ ਹੋਣ ਕਾਰਨ ਕਿ ਸਾਹਨੇਵਾਲ ਹਵਾਈ ਅੱਡੇ ਤੇ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਹਵਾਈ ਜਹਾਜ਼ ਦੇਹਰਾਦੂਨ ਤੋਂ ਸਵੇਰੇ 8 ਵਜੇ ਉਡਾਨ ਭਰੇਗਾ, ਸਵੇਰੇ 9:05 ਤੇ ਗਾਜ਼ੀਆਬਾਦ ਪੁੱਜੇਗਾ ਤੇ ਸਵੇਰੇ 9:25 ਤੇ ਲੁਧਿਆਣਾ ਲਈ ਉਡਾਨ ਭਰੇਗਾ ਤੇ ਸਵੇਰੇ 10:50 ਤੇ ਲੁਧਿਆਣਾ ਹਵਾਈ ਅੱਡੇ ਤੇ ਪੁੱਜੇਗਾ। ਲੁਧਿਆਣਾ ਤੋਂ 20 ਮਿੰਟ ਬਾਅਦ ਸਵੇਰੇ 11:10 ਤੇ ਜਹਾਜ਼ ਲੁਧਿਆਣਾ ਤੋਂ ਗਾਜ਼ੀਆਬਾਦ ਲਈ ਉਡਾਨ ਭਰੇਗਾ ਤੇ ਜਹਾਜ਼
12:35 ਤੇ ਗਾਜ਼ੀਆਬਾਦ ਪੁੱਜੇਗਾ। ਉੱਥੋਂ 12:55 ਤੇ ਦੇਹਰਾਦੂਨ ਦੇ ਲਈ ਉਡਾਣ ਭਰੇਗਾ ਤੇ ਦੁਪਹਿਰ 1:50 ਤੇ ਦੇਹਰਾਦੂਨ ਪੁੱਜੇਗਾ। ਜ਼ਿਕਰਯੋਗ ਹੈ ਕਿ ਲੁਧਿਆਣਾ ਹਵਾਈ ਅੱਡੇ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਹਵਾਈ ਜਹਾਜ਼ ਸੇਵਾ ਸ਼ੁਰੂ ਹੋਣੀ ਸੀ, ਪਰ ਹੁਣ ਇਹ ਹਵਾਈ ਜਹਾਜ਼ ਸੇਵਾ 6 ਸਤੰਬਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਅੱਜ ਵੀ ਅਮਰੀਕਾ ਵਿੱਚ ਲੱਖਾਂ ਲੋਕ ਰੁਜ਼ਗਾਰ ਦੇ ਲਈ ਅਪਲਾਈ ਕਰ ਰਹੇ ਨੇ। ਜੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਅਮਰੀਕਾ ਵਿੱਚ ਲਗਭਗ 60 ਲੱਖ ਲੋਕ ਬੇਰੁਜ਼ਗਾਰ ਨੇ। ਦੁਨੀਆ ਦੀਆਂ ਵੱਡੀਆਂ ਕੰਪਨੀਆਂ ਅਤੇ ਸਭ ਤੋਂ ਅਮੀਰ ਲੋਕ ਅਮਰੀਕਾ ਵਿੱਚ ਰਹਿੰਦੇ ਨੇ, ਪਰ ਇਸ ਚਮਕ ਦੇ ਵਿਚਕਾਰ ਗਰੀਬੀ ਹੈ। ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ 'ਚ ਬੇਰੁਜ਼ਗਾਰੀ ਦੀ ਦਰ ਵਿੱਚ ਵਾਧਾ ਹੋਇਆ ਹੈ ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਨੇ। ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਕੁੱਲ 6.37 ਮਿਲੀਅਨ ਲੋਕ ਬੇਰੁਜ਼ਗਾਰ ਨੇ, ਜਦਕਿ ਲਗਭਗ 63 ਲੱਖ ਲੋਕ ਅਤੇ ਨੌਕਰੀਆਂ ਦੀ ਤਲਾਸ਼ ਵਿੱਚ ਵੀ ਨੇ। ਅਮਰੀਕਾ ਵਿੱਚ ਬੇਰੁਜ਼ਗਾਰੀ ਦੇ ਇਹ ਅੰਕੜੇ ਇਸ ਸਾਲ ਜੁਲਾਈ ਦੇ ਅੰਤ ਤੱਕ ਦੇ ਨੇ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਲੱਖਾਂ ਨੌਜਵਾਨ ਨੌਕਰੀਆਂ ਲਈ ਅਪਲਾਈ ਕਰਦੇ ਹਨ। ਬੇਰੁਜ਼ਗਾਰੀ ਦਰ ਦੀ ਗੱਲ ਕਰੀਏ ਤਾਂ ਇਸ ਵਿਕਸਿਤ ਦੇਸ਼ ਵਿੱਚ ਮੌਜੂਦਾ ਸਮੇਂ 'ਚ ਬੇਰੁਜ਼ਗਾਰੀ ਦੀ ਦਰ 3.5% ਹੈ, ਭਾਵ ਕਿ ਸਭ ਤੋਂ ਤਾਕਤਵਰ ਅਤੇ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਅਮਰੀਕਾ ਦੇ ਲੱਖਾਂ ਲੋਕਾਂ ਕੋਲ ਨੌਕਰੀਆਂ ਨਹੀਂ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉਮੀਦ ਜਤਾਈ ਹੈ ਕਿ ਉਹਨਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਭਾਰਤ ਦੀ ਰਾਜਧਾਨੀ ਵਿੱਚ ਹੋ ਰਹੇ G20 ਸੰਮੇਲਨ ਦੇ ਵਿੱਚ ਹਿੱਸਾ ਲੈਣਗੇ। ਅਗਲੇ ਹਫ਼ਤੇ ਨਵੀਂ ਦਿੱਲੀ 'ਚ ਹੋਣ ਵਾਲੇ G20 ਸੰਮੇਲਨ 'ਚ ਬਾਈਡਨ ਸਮੇਤ ਲਗਭਗ 2 ਦਰਜਨ ਵਿਸ਼ਵ ਭਰ ਦੇ ਨੇਤਾ ਹਿੱਸਾ ਲੈਣ ਜਾ ਰਹੇ ਨੇ, ਜਿਸ ਦੀ ਮੇਜ਼ਬਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਸੂਤਰਾਂ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਬਾਈਡਨ ਨੇ ਮੀਡੀਆ ਦੇ ਦੁਆਰਾ ਕਾਨਫਰੰਸ ਦੇ ਵਿੱਚ ਰਾਸ਼ਟਰਪਤੀ ਸ਼ੀ ਦੀ ਭਾਗੀਦਾਰੀ ਬਾਰੇ ਪੁੱਛੇ ਜਾਣ ਤੇ ਕਿਹਾ, ਮੈਨੂੰ ਉਮੀਦ ਹੈ ਕਿ ਉਹ G20 ਸੰਮੇਲਨ 'ਚ ਸ਼ਾਮਲ ਹੋਣਗੇ। ਇਸ ਦੌਰਾਨ ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ 'ਚ ਸਾਊਥ ਏਸ਼ੀਆ ਇਨੀਸ਼ੀਏਟਿਵਸ ਦੇ ਨਿਰਦੇਸ਼ਕ ਫਰਵਾ ਆਮਰ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਰਤ ਵਿੱਚ G20 ਸੰਮੇਲਨ ਨੂੰ ਛੱਡਣਾ ਇਸ ਗੱਲ ਦੇ ਸਬੂਤ ਵਜੋਂ ਵੇਖਿਆ ਜਾ ਸਕਦਾ ਹੈ ਕਿ ਚੀਨ ਇਸ ਸਮੇਂ ਭਾਰਤ ਨੂੰ ਕੇਂਦਰ ਯਾਨੀ ਅਗਵਾਈ ਦਾ ਸਥਾਨ ਸੌਂਪਣ ਦੇ ਲਈ ਤਿਆਰ ਨਹੀਂ ਹੈ। ਇਸ ਦੌਰਾਨ ਆਮੇਰ ਨੇ ਕਿਹਾ, ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਘਟਨਾਕ੍ਰਮ ਜੋ ਕੁਝ ਲੋਕਾਂ ਦੀ ਉਮੀਦ ਸੀ, ਉਹ ਰਾਸ਼ਟਰਪਤੀ ਜਿਨਪਿੰਗ ਦਾ ਭਾਰਤ ਦੁਆਰਾ ਮੇਜ਼ਬਾਨੀ ਕੀਤੇ ਜਾਣ ਵਾਲੇ G20 ਸੰਮੇਲਨ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਹੈ। ਇਸ ਕਦਮ ਦੇ ਬਹੁਤ ਸਾਰੇ ਅਰਥ ਨੇ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਭਾਰਤ ਨੂੰ ਖਾਸ ਤੌਰ ਤੇ ਖੇਤਰ ਅਤੇ ਵਿਆਪਕ ਆਂਢ-ਗੁਆਂਢ ਵਿੱਚ ਅਗਵਾਈ ਦੀ ਬਾਗਡੋਰ ਸੌਂਪਣ ਦੇ ਲਈ ਤਿਆਰ ਨਹੀਂ ਹੈ। ਇਹ ਫੈਸਲਾ ਚੀਨ ਦੀ ਪ੍ਰਭਾਵਸ਼ਾਲੀ ਭੂਮਿਕਾ ਤੇ ਪ੍ਰਭਾਵ ਨੂੰ ਕਾਇਮ ਰੱਖਣ ਦੇ ਇਰਾਦੇ ਨੂੰ ਰੇਖਾਂਕਿਤ ਕਰਦਾ ਹੈ, ਜੋ ਸਿੱਧੇ ਤੌਰ ਤੇ ਖੇਤਰ ਵਿੱਚ ਸ਼ਕਤੀ ਦੇ ਨਾਜ਼ੁਕ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ। ਅਮਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਜਿਨਪਿੰਗ ਦੀ ਗੈਰ ਹਾਜ਼ਰੀ ਇੱਕ ਯਾਦ ਦਿਵਾਉਂਦੀ ਹੈ ਕਿ ਸਰਹੱਦ ਤੇ ਤਣਾਅ ਨੂੰ ਘਟਾਉਣ ਦੇ ਲਈ ਨਿਰੰਤਰ ਅਤੇ ਗੁੰਝਲਦਾਰ ਕੰਮ ਕਰਨ ਦੀ ਲੋੜ ਹੋਏਗੀ। ਅਮਰੀਕਾ ਦੇ 4 ਰਾਜਾਂ ਵਿੱਚ ਭਾਰਤੀ ਅਤੇ ਹੋਰ ਏਸ਼ੀਆਈ ਨਿਵਾਸੀਆਂ ਦੀਆਂ ਗਹਿਣਿਆਂ ਦੀਆਂ ਦੁਕਾਨਾਂ ਵਿੱਚ ਕਥਿਤ ਤੌਰ ਤੇ ਇੱਕ ਸਾਲ ਵਿੱਚ ਕਈ ਹਿੰਸਕ ਲੁੱਟਾਂ ਖੋਹਾਂ ਕਰਨ ਦੇ ਦੋਸ਼ ਵਿੱਚ ਇੱਕ ਵੱਡੇ ਅਪਰਾਧੀ ਗਰੋਹ ਦੇ ਕੁੱਲ 16 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਿਸਟ੍ਰਿਕਟ ਆਫ ਕੋਲੰਬੀਆ ਦੇ ਅਮਰੀਕੀ ਅਟਾਰਨੀ ਦਫ਼ਤਰ ਦੇ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਬੁੱਧਵਾਰ ਨੂੰ 8 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ, ਜਦੋਂ ਕਿ ਬਾਕੀ 8 ਪਹਿਲਾਂ ਫੜੇ ਗਏ ਸੀ। ਦੋਸ਼ਾਂ ਦੇ ਅਨੁਸਾਰ 7 ਜਨਵਰੀ 2022 ਤੋਂ 27 ਜਨਵਰੀ 2023 ਤੱਕ ਸ਼ੱਕੀਆਂ ਨੇ ਕੋਲੰਬੀਆ ਦੇ ਡਿਸਟ੍ਰਿਕਟ ਵਿੱਚ ਨਿਊ ਜਰਸੀ, ਪੈਨਸਿਲਵੇਨੀਆ, ਵਰਜੀਨੀਆ ਤੇ ਫਲੋਰੀਡਾ ਵਿੱਚ ਏਸ਼ੀਅਨ ਅਮਰੀਕਨਾਂ ਦੀ ਮਲਕੀਅਤ ਵਾਲੇ ਗਹਿਣਿਆਂ ਦੇ ਸਟੋਰਾਂ ਨੂੰ ਲੁੱਟਣ ਦੀ ਸਾਜ਼ਿਸ਼ ਰਚੀ ਸੀ। ਚਾਰਜ ਸ਼ੀਟ ਦੇ ਮੁਤਾਬਕ ਗਰੋਹ ਨੇ ਸਾਊਥ ਏਸ਼ੀਅਨ ਗਹਿਣਿਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇਹਨਾਂ ਵਿੱਚੋਂ ਘੱਟੋ-ਘੱਟ 4 ਦੁਕਾਨਾਂ ਦੀ ਪਛਾਣ ਭਾਰਤੀ ਮੂਲ ਦੇ ਲੋਕਾਂ ਦੀਆਂ ਦੁਕਾਨਾਂ ਵਜੋਂ ਹੋਈ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਅਨੁਸਾਰ ਗਰੋਹ ਦੇ ਮੈਂਬਰ ਕਾਲੇ ਕੱਪੜੇ, ਮਾਸਕ ਪਹਿਨ ਕੇ ਜਾਂਦੇ ਸਨ ਅਤੇ ਹਥਿਆਰਾਂ ਦੀ ਨੋਕ ਤੇ ਦੁਕਾਨਾਂ ਵਿੱਚ ਲੁੱਟ-ਖਸੁੱਟ ਕਰਦੇ ਸੀ। ਇੰਚਾਰਜ ਸਹਾਇਕ ਡਾਇਰੈਕਟਰ ਡੇਵਿਡ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਨੇ ਪੂਰਬੀ ਤੱਟ ਦੇ ਨਾਲ-ਨਾਲ ਛੋਟੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਿਹਨਤੀ ਪਰਿਵਾਰਾਂ ਦੇ ਹਜ਼ਾਰਾਂ ਡਾਲਰ ਦੇ ਗਹਿਣੇ ਚੋਰੀ ਕਰ ਲਏ। BC ਕਾਰਨਰਜ਼ ਸਰਵਿਸਿਜ਼ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਇਸ ਸਾਲ ਜਨਵਰੀ ਅਤੇ ਜੁਲਾਈ ਦੇ ਵਿਚਕਾਰ ਘੱਟੋ-ਘੱਟ 1455 ਬ੍ਰਿਟਿਸ਼ ਕੋਲੰਬੀਅਨਾਂ ਨੇ ਜ਼ਹਿਰੀਲੀਆਂ ਦਵਾਈਆਂ ਨਾਲ ਆਪਣੀਆਂ ਜਾਨਾਂ ਗਵਾ ਦਿੱਤੀਆਂ, ਜੋ ਕਿ ਇੱਕ ਕੈਲੰਡਰ ਸਾਲ ਦੇ ਪਹਿਲੇ 7 ਮਹੀਨਿਆਂ 'ਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਹ ਮਹੀਨੇ ਲਈ ਇੱਕ ਦਿਨ 'ਚ ਲਗਭਗ 6 ਮੌਤਾਂ ਨੇ। ਮੰਗਲਵਾਰ ਨੂੰ ਜਾਰੀ ਕੀਤੇ ਗਏ ਇਹ ਅੰਕੜੇ ਦਰਸਾਉਂਦੇ ਨੇ ਕਿ ਪਿਛਲੇ ਜੁਲਾਈ ਮਹੀਨੇ ਦੇ ਮੁਕਾਬਲੇ ਮੌਤਾਂ 'ਚ 5% ਦੀ ਕਮੀ ਅਤੇ ਜੂਨ ਦੇ ਮੁਕਾਬਲੇ 4% ਵਾਧਾ ਹੋਇਆ ਹੈ। ਮੁੱਖ ਕਾਰਨਰ ਲੀਜ਼ਾ ਲੈਪੋਂਟੋ ਨੇ ਅੰਕੜਿਆਂ ਦੇ ਨਾਲ ਇੱਕ ਬਿਆਨ 'ਚ ਕਿਹਾ ਕਿ ਮੈਂ ਇੱਕ ਵਾਰ ਫਿਰ ਇਹ ਦੱਸਦਿਆਂ ਦੁਖੀ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਜ਼ਹਿਰੀਲੇ ਡਰੱਗ ਸੰਕਟ ਦੇ ਘਟਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ।
ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਕਾਰਨ ਸੂਬੇ 'ਚ ਰਿਕਾਰਡ ਗਿਣਤੀ 'ਚ ਮੌਤਾਂ ਦਾ ਅਨੁਭਵ ਕਰ ਰਹੇ ਹਾਂ। ਜੁਲਾਈ 'ਚ ਦਰਜ ਕੀਤੀਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ 88.4% ਮੌਤਾਂ 'ਚ ਫੈਂਟਾਨਾਈਲ ਨਾਲ ਇਸ ਦੇ ਐਨਲੌਗ ਵੀ ਮਿਲੇ ਨੇ। ਲੈਪੋਂਟੋ ਨੇ ਕਿਹਾ ਕਿ ਵੀਰਵਾਰ ਨੂੰ ਕੌਮਾਂਤਰੀ ਓਵਰਡੋਜ਼ ਜਾਗਰੂਕਤਾ ਦਿਵਸ, ਜਿਹੜਾ ਕਿ ਨਸ਼ਿਆਂ ਕਾਰਨ ਮਰਨ ਵਾਲੇ ਪਰਿਵਾਰਾਂ, ਦੋਸਤਾਂ, ਸਹਿਕਰਮੀਆਂ ਤੇ ਗੁਆਂਢੀਆਂ ਨੂੰ ਯਾਦ ਕਰਨ ਦਾ ਦਿਨ ਹੁੰਦਾ ਹੈ। ਉਹਨਾਂ ਨੇ ਕਿਹਾ ਅਸੀਂ ਉਹਨਾਂ ਦੀ ਯਾਦ ਦਾ ਸਨਮਾਨ ਕਰਦੇ ਹਾਂ ਅਤੇ ਉਹਨਾਂ ਦੇ ਅਜ਼ੀਜ਼ਾਂ ਦੇ ਨਾਲ ਸੋਗ ਮਨਾਉਂਦੇ ਹਾਂ। ਸਾਨੂੰ ਫੈਸਲਾ ਲੈਣ ਵਾਲਿਆਂ ਕੋਲ ਇਨ੍ਹਾਂ ਰੋਕੀਆਂ ਜਾ ਸਕਣ ਵਾਲੀਆਂ ਮੌਤਾਂ ਨੂੰ ਵਾਪਰਨ ਤੋਂ ਰੋਕਣ ਦੇ ਲਈ ਹੋਰ ਵਧੇਰੇ ਯਤਨ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਇਸ ਜਨਤਕ ਸਿਹਤ ਐਮਰਜੈਂਸੀ ਦੇ ਨਤੀਜੇ ਵਜੋਂ ਗੰਭੀਰ ਜ਼ੋਖਮ ਅਤੇ ਜਾਨਾਂ ਦੀ ਹਾਨੀ ਦੇ ਤੁਰੰਤ ਪ੍ਰਕਿਰਿਆ ਦੀ ਲੋੜ ਹੈ। ਸਾਨੂੰ ਹਰ ਰੋਜ਼ 6 ਜਾਨਾਂ ਦੇ ਲਗਾਤਾਰ ਨੁਕਸਾਨ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਸਾਲ 2016 ਦੇ ਅਪ੍ਰੈਲ 'ਚ ਓਵਰਡੋਜ਼ ਸੰਕਟ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਘੱਟੋ-ਘੱਟ 12,739 ਬ੍ਰਿਟਿਸ਼ ਕੋਲੰਬੀਅਨ ਜ਼ਹਿਰੀਲੀਆਂ ਦਵਾਈਆਂ ਨਾਲ ਮਰ ਚੁੱਕੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ 'ਚ ਮਰਨ ਵਾਲੇ ਲੋਕਾਂ 'ਚ 83% ਪੁਰਸ਼ ਸੀ ਅਤੇ ਇਹ ਅੰਕੜਾ ਪਿਛਲੇ ਮਹੀਨੇ ਦੀ ਤੁਲਨਾ ਤੋਂ ਥੋੜਾ ਵੱਧ ਹੈ। ਉੱਥੇ 66% ਲੋਕ 30 ਤੋਂ 59 ਸਾਲ ਦੀ ਉਮਰ ਦੇ ਸਨ, ਜੋ ਕਿ ਸਾਲ ਦੇ ਬਾਕੀ ਅੰਕੜਿਆਂ ਦੇ ਨਾਲ ਹੀ ਮੇਲ ਖਾਂਦਾ ਹੈ। ਉੱਥੇ ਜੁਲਾਈ ਵਿੱਚ 18 ਸਾਲ ਤੋਂ ਘੱਟ ਉਮਰ ਦੇ 3 ਲੋਕਾਂ ਦੀ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਵਰਤੋਂ ਕਾਰਨ ਮੌਤ ਹੋਈ ਹੈ। ਇਸ ਉਮਰ ਸਮੂਹ ਦੇ ਲੋਕਾਂ ਲਈ ਮੌਤਾਂ ਦੀ ਸਭ ਤੋਂ ਵੱਧ ਰਿਕਾਰਡ ਸੰਖਿਆ ਅਪ੍ਰੈਲ 'ਚ ਦਰਜ ਕੀਤੀ ਗਈ ਸੀ, ਜਦੋਂ ਨਸ਼ਿਆਂ ਨੇ 5 ਨੌਜਵਾਨਾਂ ਦੀ ਜਾਨ ਲਈ ਸੀ। ਪ੍ਰਾਊਡ ਬॉयਜ਼ ਸਮੂਹ ਦੇ ਨੇਤਾ ਜੋ ਬਿਗਸ ਨੂੰ ਕਥਿਤ ਤੌਰ ਤੇ 6 ਜਨਵਰੀ 2021 ਨੂੰ ਯੂਐਸ ਕੈਪੀਟਲ ਤੱਕ ਸੱਚੇ ਪੱਖੀ ਸੰਗਠਨ ਦੇ ਬਦਨਾਮ ਮਾਰਚ ਦੀ ਅਗਵਾਈ ਕਰਨ ਦੇ ਲਈ 17 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। CNN ਨੇ ਵੀਰਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਖਾਸ ਤੌਰ ਤੇ ਇੱਕ ਦੋਸ਼ੀ ਦੰਗਾਕਾਰੀ ਨੂੰ ਦਿੱਤੀ ਗਈ ਹੁਣ ਤੱਕ ਦੀ ਸਭ ਤੋਂ ਲੰਬੀ ਸਜ਼ਾਵਾਂ 'ਚੋਂ ਇੱਕ ਹੈ। ਜੋ ਬਿਗਸ ਨੂੰ ਵਾਸ਼ਿੰਗਟਨ ਡੀਸੀ ਦੇ ਜਿਊਰੀ ਵੱਲੋਂ 2020 ਦੀਆਂ ਚੋਣਾਂ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜੋ ਬਾਈਡਨ ਨੂੰ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਲਈ ਦੋਸ਼ੀ ਸਾਜ਼ਿਸ਼ ਸਮੇਤ ਕਈ ਦੋਸ਼ਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ। ਉੱਥੇ ਹੀ ਪ੍ਰਾਊਡ ਬॉयਜ਼ ਦੇ ਇੱਕ ਦੂਜੇ ਮੈਂਬਰ ਸਾਬਕਾ ਮਰੀਨ ਜੋ ਕਿ ਸੰਗਠਨ ਦੇ ਉਸਦੇ ਸਥਾਨਕ ਫਿਲਾਡੈਲਫੀਆ ਚੈਪਟਰ ਦੇ ਪ੍ਰਧਾਨ ਸਨ ਨੂੰ ਬਾਅਦ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਜ਼ਿਲ੍ਹਾ ਜੱਜ ਟਿਮੋਥੀ ਨੇ ਸੁਣਾਈ। ਜੱਜ ਕੈਲੀ ਨੇ ਅੱਗੇ ਕਿਹਾ ਕਿ 6 ਜਨਵਰੀ 2021 ਦੀ ਘਟਨਾ ਨੇ ਸੰਯੁਕਤ ਰਾਜ ਵਿੱਚ ਸੱਤਾ ਦੇ ਸ਼ਾਂਤਮਈ ਤਬਾਦਲੇ ਦੀ ਸਾਡੀ ਪਰੰਪਰਾ ਨੂੰ ਤੋੜ ਦਿੱਤਾ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ। ਇਸ ਜੰਗ ਦਾ ਪ੍ਰਭਾਵ ਸਾਰੀ ਦੁਨੀਆ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕਈ ਦੇਸ਼ ਰੂਸ ਖਿਲਾਫ ਇਸ ਜੰਗ ਵਿੱਚ ਯੂਕਰੇਨ ਦਾ ਸਾਥ ਦੇ ਰਹੇ ਨੇ। ਹਥਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਨੇ ਯੂਕਰੇਨ ਨੂੰ ਸਭ ਤੋਂ ਵੱਧ ਹਥਿਆਰ ਦਿੱਤੇ ਨੇ। ਇਸ ਜੰਗ ਵਿੱਚ ਅਮਰੀਕਾ ਵੱਲੋਂ ਯੂਕਰੇਨ ਨੂੰ ਭੇਜੇ ਗਏ ਹਥਿਆਰਾਂ ਦੀ ਸੂਚੀ ਸਾਹਮਣੇ ਆਈ ਹੈ। ਪੈਂਟਾਗਨ ਵੱਲੋਂ ਜਾਰੀ ਇੱਕ ਸੂਚੀ ਦੇ ਮੁਤਾਬਕ ਅਮਰੀਕਾ ਨੇ ਯੂਕਰੇਨ ਨੂੰ ਵੱਡੀ ਗਿਣਤੀ ਵਿੱਚ ਹਥਿਆਰ ਮੁਹੱਈਆ ਕਰਵਾਏ ਨੇ। ਹੁਣ ਤੱਕ ਅਮਰੀਕਾ ਨੇ ਛੋਟੇ ਹਥਿਆਰ ਦੇ ਗੋਲਾ ਬਰੂਦ ਅਤੇ ਗ੍ਰਨੇਡ ਦੇ 30 ਕਰੋੜ ਤੋਂ ਵੱਧ ਰਾਉਂਡ ਯੂਕਰੇਨ ਨੂੰ ਦਿੱਤੇ। ਤੋਪਾਂ ਵਾਸਤੇ ਇੱਕ 5.5 ਦੇ 20 ਲੱਖ ਦੇ ਕਰੀਬ ਆਰਟਿਲਰੀ ਰਾਉਂਡ ਭੇਜੇ ਜਾ ਚੁੱਕੇ ਨੇ। ਹੁਣ ਤੱਕ ਇੱਕ 5.5 ਦੇ 198 ਹੌਪਵੀਟਰਸ ਦੀ ਅਮਰੀਕਾ ਨੇ ਦਿੱਤੇ ਨੇ। ਇਸ ਤੋਂ ਇਲਾਵਾ ਯੂਕਰੇਨ ਦੇ ਫੌਜੀਆਂ ਦੀ ਸੁਰੱਖਿਆ ਵਾਸਤੇ ਸਰੀਰ ਦੇ ਕਵਚ ਤੇ ਹੈਲਮਟ ਦੇ 1 ਲੱਖ ਤੋਂ ਵੱਧ ਸੈੱਟ ਭੇਜੇ ਜਾ ਚੁੱਕੇ ਨੇ। ਇਸ ਹਫ਼ਤੇ ਅਮਰੀਕਾ ਨੇ ਯੂਕਰੇਨ ਨੂੰ $250 ਮਿਲੀਅਨ ਦੇ ਹੋਰ ਹਥਿਆਰ ਭੇਜਣ ਦਾ ਐਲਾਨ ਵੀ ਕੀਤਾ ਹੈ। ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਵਾਈਟ ਹਾਊਸ ਦੀ ਤਰਜਮਾਨ ਕੈਰੀਨ ਨੇ ਕਿਹਾ ਹੈ ਕਿ ਇਹ ਪੈਕੇਜ ਯੂਕਰੇਨੀ ਬਲਾਂ ਨੂੰ ਜੰਗ ਦੇ ਮੈਦਾਨ ਵਿੱਚ ਮਦਦ ਕਰੇਗਾ ਅਤੇ ਇਸ ਦੀ ਹਵਾਈ ਰੱਖਿਆ ਦਾ ਸਮਰਥਨ ਕਰੇਗਾ, ਕਿਉਂਕਿ ਰੂਸ ਯੂਕਰੇਨ ਦੇ ਲੋਕਾਂ ਦੇ ਖਿਲਾਫ ਬੇਰਹਿਮੀ ਨਾਲ ਹਮਲੇ ਕਰਨਾ ਜਾਰੀ ਰੱਖ ਰਿਹਾ ਹੈ, ਜਿਸ ਵਿੱਚ ਪਿਛਲੇ ਹਫ਼ਤੇ ਹੋਏ ਹਮਲੇ ਵੀ ਸ਼ਾਮਲ ਨੇ। ਵਿਦੇਸ਼ ਵਿਭਾਗ ਨੇ ਕਿਹਾ ਕਿ ਪੈਕੇਜ ਦੇ ਲਈ 에ਅਰ ਡਿਫੈਂਸ ਦੇ ਲਈ AIM-9M ਮਿਜ਼ਾਈਲਾਂ, ਹਾਈ ਮੋਬਿਲਿਟੀ ਆਰਟਿਲਰੀ, ਰਾਕਟ ਸਿਸਟਮ, ਬਾਰੂਦ ਅਤੇ ਹੋਰ ਵੀ ਕਈ ਚੀਜ਼ਾਂ ਸ਼ਾਮਲ ਨੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਭਾਰਤ ਦਸੰਬਰ ਵਿੱਚ ਕਰਨਾਟਕਾ ਦਾ ਦੌਰਾ ਕਰਨਗੇ। ਇੱਥੇ ਮਾਂਡੀਆ ਵਿੱਚ ਉਹ ਬੋਧੀ ਗੁਰੂ ਦਲਾਈ ਲਾਮਾ ਦੇ ਨਾਲ ਇੱਕ ਅੰਤਰਰਾਸ਼ਟਰੀ ਯੋਗ ਅਤੇ ਧਿਆਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਪੁਤਾਈ ਟਰਸਟ ਦੀ ਪ੍ਰਧਾਨ ਡਾਕਟਰ ਲక్ష్ਮੀ ਅਤੇ ਅਮਰੀਕੀ ਡਾਕਟਰ ਤੇ ਮਾਂਡੀਆ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਸਵਾਮੀ ਦੀ ਅਗਵਾਈ ਹੇਠ ਇੱਕ ਵਫਦ ਵੀਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਮਿਲਿਆ। ਵਫਦ ਨੇ ਦਸੰਬਰ ਵਿੱਚ ਬਰਾਕ ਓਬਾਮਾ ਦੀ ਮਾਂਡੀਆ ਫੇਰੀ ਬਾਰੇ ਚਰਚਾ ਕੀਤੀ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਤਿੱਬਤੀ ਧਾਰਮਿਕ ਨੇਤਾ ਦਲਾਈ ਲਾਮਾ ਟਰਸਟ ਦੁਆਰਾ ਬਣਾਏ ਜਾ ਰਹੇ ਇੰਟਰਨੈਸ਼ਨਲ ਯੋਗ ਯਾਨੀ ਕਿ ਅੰਤਰਰਾਸ਼ਟਰੀ ਯੋਗ ਅਤੇ ਧਿਆਨ ਕੇਂਦਰ ਦਾ ਨੀਂਹ ਪੱਥਰ ਰੱਖਣ ਦੇ ਲਈ ਦਸੰਬਰ ਵਿੱਚ ਹਾਲੇ ਗੇਰ ਮਾਂਡੀਆ ਪਹੁੰਚਣਗੇ। ਜ਼ਿਕਰਯੋਗ ਹੈ ਕਿ PM ਮੋਦੀ ਦੇ ਹਾਲੀਆ ਅਮਰੀਕਾ ਦੌਰੇ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਭਾਰਤ ਵਿੱਚ ਧਰਮ ਦੀ ਆਜ਼ਾਦੀ ਨੂੰ ਲੈ ਕੇ ਬਿਆਨ ਦਿੱਤਾ ਸੀ। ਇਸ ਤੇ ਉਹ ਆਪਣੇ ਹੀ ਦੇਸ਼ ਵਿੱਚ ਘਿਰੇ ਨਜ਼ਰ ਆਏ। ਨਾਲ ਹੀ ਭਾਰਤ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਘੇਰ ਲਿਆ ਸੀ।
ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਭਾਰਤੀ ਅਮਰੀਕੀ ਨੂੰ ਇੱਕ ਤਕਨੀਕੀ ਸਹਾਇਤਾ ਕੰਪਨੀ ਦੇ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ 7000 ਤੋਂ ਵੱਧ ਲੋਕਾਂ ਨੂੰ ਝਾਂਸਾ ਦੇ ਕੇ ਉਹਨਾਂ ਨੂੰ ਲਗਭਗ 13 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ। ਇੱਕ ਅਮਰੀਕੀ ਵਕੀਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਕੇ ਵਿੱਤੀ ਧੋਖਾਧੜੀ ਕਰਨ ਦੇ ਸਾਜ਼ਿਸ਼ ਦੇ ਇੱਕ ਮਾਮਲੇ 'ਚ ਦੋਸ਼ੀ ਮਨੋਜ ਯਾਦਵ ਨੇ ਵਾਕ ਸੰਘੀ ਅਦਾਲਤ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਜੋਸ ਆਰ ਅਲਮੋਟੋ ਦੇ ਸਾਹਮਣੇ ਪੇਸ਼ ਹੋਏ। ਅਮਰੀਕੀ ਵਕੀਲ ਫਿਲਿਪ ਔਰ ਸੇਲਿੰਗਰ ਨੇ ਕਿਹਾ ਹੈ ਕਿ ਮੁਲਜ਼ਮ ਅਤੇ ਉਸ ਦੇ ਨਾਲ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਤੇ ਦੋਸ਼ ਹੈ ਕਿ ਉਹਨਾਂ ਨੇ ਕਈ ਮੀਟਿੰਗਾਂ ਨੂੰ ਇਹ ਦੱਸ ਕੇ ਝਾਂਸੇ ਵਿੱਚ ਲਿਆ ਕਿ ਉਹ ਇੱਕ ਪ੍ਰਮੁੱਖ ਸੌਫਟਵੇਅਰ ਕੰਪਨੀ ਨਾਲ ਸੰਬੰਧਿਤ ਇੱਕ ਜਾਇਜ਼ ਟੈਕਨੋਲੋਜੀ ਸਹਾਇਤਾ ਕੰਪਨੀ ਨਾਲ ਜੁੜੇ ਹੋਏ ਨੇ। ਉਹਨਾਂ ਨੇ ਦੋਸ਼ ਲਗਾਇਆ ਕਿ ਸੌਫਟਵੇਅਰ ਕੰਪਨੀ ਦੇ ਪ੍ਰਸਿੱਧ ਲਿਖਾਰੀ ਸੌਫਟਵੇਅਰ ਨਾਲ ਜੁੜੀ ਸਮੱਸਿਆ ਦਾ ਤਕਨੀਕੀ ਹੱਲ ਕਰਨ ਦਾ ਦਾਅਵਾ ਕਰਨ ਦੇ ਬਾਅਦ ਉਹਨਾਂ ਨੇ ਕਥਿਤ ਤੌਰ ਤੇ ਪੀੜਤਾਂ ਤੋਂ ਅਜਿਹੀਆਂ ਸੇਵਾਵਾਂ ਲਈ ਬਹੁਤ ਜ਼ਿਆਦਾ ਫੀਸਾਂ ਵਸੂਲੀਆਂ ਜੋ ਸੌਫਟਵੇਅਰ ਕੰਪਨੀ ਦੁਆਰਾ ਅਧਿਕਾਰਤ ਨਹੀਂ ਸਨ। ਦੋਸ਼ ਹੈ ਕਿ ਯਾਦਵ ਇਸ ਧੋਖਾਧੜੀ ਵਿੱਚ ਨਿੱਜੀ ਤੌਰ ਤੇ ਸ਼ਾਮਲ ਰਿਹਾ। ਅਮਰੀਕੀ ਫੌਜ ਨੇ ਇੱਕ ਫੌਜੀ ਡਾਕਟਰ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। 20 ਤੋਂ ਵੱਧ ਪੀੜਤਾਂ ਨੇ ਫੌਜੀ ਡਾਕਟਰ ਤੇ ਦੋਸ਼ ਲਗਾਏ ਨੇ। ਡਾਕਟਰ ਦਾ ਨਾਮ ਮੇਜਰ ਮਾਈਕਲ ਸਟਾਕਿਨ ਦੱਸਿਆ ਜਾ ਰਿਹਾ ਹੈ। ਲੈਫਟੀਨੈਂਟ ਕਰਨਲ ਜੈਨੀਫਰ ਨੇ ਦੱਸਿਆ ਕਿ ਮੇਜਰ ਮਾਈਕਲ ਸਟਾਕਿਨ ਇੱਕ ਜਿਹੜੇ ਨੇ ਉਹ ਮਈ 2023 ਵਿੱਚ ਫੌਜ ਵਿੱਚ ਭਰਤੀ ਹੋਏ ਅਤੇ ਵਾਸ਼ਿੰਗਟਨ ਵਿੱਚ ਯਾਨੀ ਕਿ ਇੱਕ ਡਾਕਟਰ ਦੇ ਤੌਰ ਤੇ ਫੌਜ ਵਿੱਚ ਭਰਤੀ ਹੋਏ ਅਤੇ ਵਾਸ਼ਿੰਗਟਨ ਵਿੱਚ ਜੁਆਇੰਟ ਬੇਸ ਲੇਵਿਸ ਮੈਕਕਾਰਡ ਵਿਖੇ ਤਾਇਨਾਤ ਨੇ। ਮਾਈਕਲ ਸਟਾਕਿਨ ਤੇ ਮਿਲਟਰੀ ਜਸਟਿਸ ਦੇ ਯੂਨੀਫਾਰਮ ਕੋਡ ਦੀ ਉਲੰਘਣਾ ਕਰਨ ਅਤੇ ਜਿਨਸੀ ਹਮਲੇ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਮਰੀਕਾ 'ਚ ਇੱਕ ਵਿਅਕਤੀ ਵੱਲੋਂ ਆਪਣੀ ਕਾਰ 'ਚ ਯਾਤਰੀ ਸੀਟ ਤੇ ਇੱਕ ਬਲਦ ਨੂੰ ਲਿਜਾਣ ਦੀ ਵੀਡੀਓ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ 'ਚ ਹੈ। ਤੁਸੀਂ ਵੀ ਇਹ ਵੀਡੀਓ ਜ਼ਰੂਰ ਦੇਖੀ ਹੋਏਗੀ, ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖਣਾ। ਇੱਕ ਖਬਰ ਦੇ ਮੁਤਾਬਕ ਸਥਾਨਕ ਲੋਕਾਂ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਉਕਤ ਵਿਅਕਤੀ ਨੂੰ ਫੜ ਲਿਆ। ਨਾਰਫਾਕ ਪੁਲਿਸ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ ਕਰੀਬ 10 ਵਜੇ ਇੱਕ ਕਾਲ ਆਈ, ਜਿਸ ਵਿੱਚ ਇਹ ਦੱਸਿਆ ਗਿਆ ਕਿ ਇੱਕ ਵਿਅਕਤੀ ਬਲਦ ਦੇ ਨਾਲ ਹਾਈਵੇ 275 ਤੇ ਗੱਡੀ ਚਲਾ ਰਿਹਾ। ਕਾਰ ਨੂੰ ਇੰਜ ਸੈੱਟ ਕੀਤਾ ਗਿਆ ਸੀਗਾ ਕਿ ਬਲਦ ਉਸ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਸਕੇ। ਪੁਲਿਸ ਕੈਪਟਨ ਚਾਰਡ ਨੇ ਦੱਸਿਆ ਹੈ ਕਿ ਉਹਨਾਂ ਨੇ ਸੋਚਿਆ ਸੀਗਾ ਕਿ ਇਹ ਕੋਈ ਛੋਟਾ ਬੱਚਾ ਜਾਂ ਕੁਝ ਹੋਰ ਹੋਵੇਗਾ ਜੇ ਅਸਲ 'ਚ ਵਾਹਨ ਦੇ ਅੰਦਰ ਪੂਰੀ ਤਰ੍ਹਾਂ ਫਿੱਟ ਹੋ ਸਕੇ, ਪਰ ਜਦੋਂ ਉਹਨਾਂ ਨੇ ਦੇਖਿਆ ਤਾਂ ਉਹ ਖੁਦ ਵੀ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਵੱਡੇ ਆਕਾਰ ਦੇ ਕਾਲੇ ਅਤੇ ਚਿੱਟੇ ਬਲਦ, ਜਿਸ ਦਾ ਨਾਮ ਹਾਊਡੀ ਹੈ, ਨੂੰ ਇੱਕ ਛੋਟੀ ਜਿਹੀ ਕਾਰ ਦੀ ਸਵਾਰੀ ਕਰਦਿਆਂ ਦੇਖਿਆ ਗਿਆ, ਜਿਸ ਦੀ ਛੱਤ ਅਤੇ ਯਾਤਰੀ ਪਾਸੇ ਵਾਲੀ ਖਿੜਕੀ ਗਾਇਬ ਨੇ। ਇਸ ਬਲਦ ਦੇ ਸਿੰਗ ਵਿੰਡਸ਼ੀਲਡ ਦੇ ਬਾਕੀ ਹਿੱਸੇ ਨੂੰ ਢੱਕਦੇ ਹੋਏ ਦਿਖਾਈ ਦਿੰਦੇ ਨੇ। ਵੀਡੀਓ 'ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਾਰ ਤੇ ਜਿਵੇਂ ਬਲਦ ਨੂੰ ਬਿਠਾਇਆ ਗਿਆ ਉਹ ਆਪਣੇ ਆਪ 'ਚ ਹੈਰਾਨ ਕਰਨ ਵਾਲਾ ਹੈ। ਇਸ ਵਾਇਰਲ ਵੀਡੀਓ ਤੇ ਲੋਕਾਂ ਦੇ ਤਰ੍ਹਾਂ ਦੇ ਰਿਐਕਸ਼ਨਸ ਦੇਖਣ ਨੂੰ ਮਿਲ ਰਹੇ ਨੇ। ਅਮਰੀਕਾ ਦੀ ਉਪ ਰੱਖਿਆ ਮੰਤਰੀ ਕੈਥਲੀਨ ਹਿਕਸ ਨੇ ਇੱਕ ਭਾਸ਼ਣ ਦੇ ਵਿੱਚ ਐਲਾਨ ਕੀਤਾ ਕਿ ਚੀਨ ਦੀ ਵੱਧਦੀ ਤਾਕਤ ਨੂੰ ਦੇਖਦੇ ਹੋਏ ਉਹਨਾਂ ਦੇ ਦੇਸ਼ ਦੀ ਫੌਜ ਅਗਲੇ 2 ਸਾਲਾਂ ਵਿੱਚ ਹਜ਼ਾਰਾਂ ਖੁਦਮੁਖਤਿਆਰ ਹਥਿਆਰ ਪ੍ਰਣਾਲੀਆਂ ਦੀ ਵਰਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਅਮਰੀਕਾ ਦੀ ਰਿਪਲੀਕੇਟਰ ਪਹਿਲ ਦਾ ਉਦੇਸ਼ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਲਈ ਵੱਡੀ ਗਿਣਤੀ ਵਿੱਚ ਕਿਫਾਇਤੀ ਪ੍ਰਣਾਲੀਆਂ ਦਾ ਉਤਪਾਦ ਕਰਨ ਦੇ ਲਈ ਰੱਖਿਆ ਤੇ ਹੋਰ ਟੈਕਨੋਲੋਜੀ ਕੰਪਨੀਆਂ ਨਾਲ ਤਾਲਮੇਲ ਕਰਨਾ ਹੈ। ਪਿਛਲੇ ਲਗਭਗ ਇੱਕ ਦਹਾਕੇ ਤੋਂ ਵੱਖ-ਵੱਖ ਪੱਧਰਾਂ ਵਿੱਚ ਆਜ਼ਾਦ ਸੰਚਾਲਨ ਦੇ ਲਈ ਸਮਰੱਥ ਫੌਜੀ ਪ੍ਰਣਾਲੀਆਂ ਤੇਜ਼ੀ ਨਾਲ ਆਮ ਵਾਂਗ ਹੋਈਆਂ ਨੇ, ਪਰ ਅਮਰੀਕੀ ਐਲਾਨ ਸਪਸ਼ਟ ਕਰਦਾ ਹੈ ਕਿ ਜੰਗ ਦਾ ਭਵਿੱਖ ਬਦਲ ਗਿਆ ਹੈ। ਲੜਾਕੇ ਰੋਬੋਟ ਦਾ ਦੌਰ ਆ ਗਿਆ ਹੈ। ਵਿਚਾਰ ਨੂੰ ਹਕੀਕਤ ਵਿੱਚ ਬਦਲਣ ਦਾ ਸਮਾਂ ਆ ਗਿਆ ਹੈ। ਪਿਛਲੇ ਦਹਾਕੇ ਵਿੱਚ ਫੌਜੀ ਉਦੇਸ਼ ਲਈ ਉન્નਤ ਰੋਬੋਟਿਕ ਪ੍ਰਣਾਲੀਆਂ ਦਾ ਮਹੱਤਵਪੂਰਨ ਵਿਕਾਸ ਹੋਇਆ ਹੈ। ਇਹਨਾਂ ਵਿੱਚੋਂ ਕਈ ਤਾਂ ਸੰਸ਼ੋਧਿਤ ਵਪਾਰਕ ਟੈਕਨੋਲੋਜੀ ਤੇ ਆਧਾਰਿਤ ਨੇ, ਜੋ ਆਪਣੇ ਆਪ ਦੇ ਵਿੱਚ ਵਧੇਰੇ ਸਮਰੱਥ, ਸਸਤੀ ਅਤੇ ਵਿਆਪਕ ਤੌਰ ਤੇ ਉਪਲਬਧ ਹੋ ਗਈ ਹੈ। ਹਾਲ ਵਿੱਚ ਧਿਆਨ ਇਸ ਗੱਲ ਤੇ ਪ੍ਰਯੋਗ ਕਰਨ ਤੇ ਕੇਂਦਰਿਤ ਹੋ ਗਿਆ ਹੈ ਕਿ ਜੰਗ ਵਿੱਚ ਇਹਨਾਂ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕੀਤੀ ਜਾਏ। ਯੂਕਰੇਨ ਵਿੱਚ ਰੂਸ ਦੀ ਜੰਗ ਨੇ ਦਿਖਾ ਦਿੱਤਾ ਹੈ ਕਿ ਅਸਲ ਦੁਨੀਆ ਵਿੱਚ ਤਾਇਨਾਤੀ ਲਈ ਟੈਕਨੋਲੋਜੀ ਤਿਆਰ ਹੈ। ਬਖਤਰਬੰਦ ਵਾਹਨ ਅਤੇ ਤੋਪਖਾਨੇ ਦਾ ਪਤਾ ਲਗਵਾਉਣ ਅਤੇ ਉਹਨਾਂ ਤੇ ਹਮਲੇ ਕਰਨ ਲਈ ਰੋਬੋਟ ਹਵਾਈ ਵਾਹਨ ਦੀ ਵਿਆਪਕ ਤੌਰ ਤੇ ਵਰਤੋਂ ਕੀਤੀ ਗਈ ਹੈ। YouTube ਤੇ ਬੱਚਿਆਂ ਦੇ ਪਾਲਣ ਪੋਸ਼ਣ ਸੰਬੰਧੀ ਸਲਾਹ ਦੇਣ ਵਾਲੀ ਯੂਟਾ ਦੀ ਇੱਕ ਔਰਤ ਨੂੰ ਬਾਲ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦਾ ਕੁਪੋਸ਼ਿਤ ਪੁੱਤਰ ਖਿੜਕੀ ਦੀ ਮਦਦ ਦੇ ਨਾਲ ਘਰ ਤੋਂ ਬਾਹਰ ਆ ਗਿਆ ਅਤੇ ਉਸਨੇ ਨੇੜਲੇ ਘਰ ਤੋਂ ਮਦਦ ਦੀ ਅਪੀਲ ਕੀਤੀ।
ਰੂਬੀ ਫ੍ਰੈਂਕੇ ਜੋ ਹੁਣ ਬੰਦ ਹੋ ਚੁੱਕੇ YouTube ਚੈਨਲ ਜਿਹੜੀ ਹੈ ਉਸ ਨੂੰ ਚਲਾਉਂਦੀ ਸੀ, ਉਸ ਨੂੰ ਬੁੱਧਵਾਰ ਰਾਤ ਨੂੰ ਦੱਖਣੀ ਯੂਟਾਹ ਦੇ ਇਵਿੰਸ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ। ਔਰਤ ਨੂੰ ਕਾਉਂਸਲਿੰਗ ਦਾ ਕਾਰੋਬਾਰ ਕਰਨ ਵਾਲੇ ਜੋਡੀ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ। ਹਿਲਡੇ ਬ੍ਰਾਂਡ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਇਮਾਨਦਾਰੀ, ਜ਼ਿੰਮੇਵਾਰੀ ਅਤੇ ਨਿਮਰਤਾ ਦੇ ਨਾਲ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੰਦੀ ਹੈ। ਫ੍ਰੈਂਕੇ ਹਾਲ ਵਿੱਚ ਹਿਲਡੇ ਬ੍ਰਾਂਡ ਨਾਲ YouTube ਵੀਡੀਓ 'ਚ ਦਿਖੀ ਸੀ, ਜਿਸ ਨੂੰ ਹਿਲਡੇ ਬ੍ਰਾਂਡ ਦੇ ਕਾਉਂਸਲਿੰਗ ਕਾਰੋਬਾਰ ਜਿਹੜੇ ਨੇ ਉਸਨੇ ਆਨਲਾਈਨ ਪੋਸਟ ਕੀਤਾ। ਸੰਤਾ ਕਲਾਰਾ ਇਵੈਂਟਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਇੱਕ ਅਧਿਕਾਰੀ ਵੱਲੋਂ ਦਾਇਰ ਹਲਫਨਾਮੇ ਦੇ ਅਨੁਸਾਰ ਫ੍ਰੈਂਕੇ ਨੇ 12 ਸਾਲਾ ਬੇਟੇ ਨੇ, ਜਿਹੜਾ ਉਸਦਾ ਕਿ 12 ਸਾਲ ਦਾ ਬੇਟਾ ਹੈ, ਉਸਨੇ ਬੁੱਧਵਾਰ ਸਵੇਰੇ ਇਵੈਂਟਸ ਵਿੱਚ ਹਿਲਡੇ ਬ੍ਰਾਂਡ ਦੀ ਰਿਹਾਇਸ਼ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ ਅਤੇ ਇੱਕ ਗੁਆਂਢ ਦੇ ਘਰੋਂ ਭੋਜਨ ਅਤੇ ਪਾਣੀ ਮੰਗਿਆ। ਹਲਫਨਾਮੇ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਗੁਆਂਢੀ ਨੇ ਲੜਕੇ ਦੇ ਗਿੱਟੇ ਅਤੇ ਗੁੱਟ ਤੇ ਟੇਪ ਲੱਗੀ ਦੇਖੀ, ਜਿਸ ਤੋਂ ਬਾਅਦ ਉਸਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਰੱਸੀ ਨਾਲ ਬੰਨੇ ਹੋਣ ਕਾਰਨ ਮੁੰਡੇ ਦੇ ਸਰੀਰ ਤੇ ਜ਼ਖਮ ਨੇ ਅਤੇ ਸਹੀ ਭੋਜਨ ਨਾ ਮਿਲਣ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਲੱਗ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਫ੍ਰੈਂਕੇ ਦੀ 10 ਸਾਲ ਦੀ ਧੀ ਵੀ ਹਿਲਡੇ ਬ੍ਰਾਂਡ ਦੇ ਘਰ ਵਿੱਚ ਕੁਪੋਸ਼ਿਤ ਹਾਲਤ ਵਿੱਚ ਪਾਈ ਗਈ। ਨਵੇਂ ਅੰਤਰਿਮ ਕੌਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਕਮਿਸ਼ਨਰ ਨੂੰ ਆਖਿਰਕਾਰ ਨਿਯੁਕਤ ਕਰ ਲਿਆ ਗਿਆ ਹੈ। ਇਹ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਸੀ। 6 ਮਹੀਨਿਆਂ ਦੇ ਕਾਰਜਕਾਲ ਦੇ ਲਈ ਇਸ ਅਹੁਦੇ ਉੱਤੇ ਕੌਨਰੈਡ ਵਿਨਰਿਚ ਵੌਨ ਨੂੰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਕੌਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਵਾਚਡੌਗ ਮਾਰੀਓ ਡਿਊਨ ਫਰਵਰੀ ਵਿੱਚ ਰਿਟਾਇਰ ਹੋ ਗਏ ਸਨ। ਫਿਰ ਅਪ੍ਰੈਲ ਵਿੱਚ ਮਾਰਟਨ ਰਿਚਰਡ ਨੇ ਇਹ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ, ਪਰ ਕੁਝ ਹਫ਼ਤਿਆਂ ਬਾਅਦ ਹੀ ਉਹਨਾਂ ਨੇ ਇਹ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਲਿਬਰਲ ਕੈਬਨਿਟ ਮੰਤਰੀ ਡੋਮਿਨਿਕ ਲੈਬਲਾਂਕ ਦੇ ਰਿਸ਼ਤੇਦਾਰ ਸੀ ਤੇ ਇਸ ਕਾਰਨ ਉਹਨਾਂ ਦੀ ਕਾਫੀ ਆਲੋਚਨਾ ਹੋਈ। ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਚਰਡ ਦੀ ਨਿਯੁਕਤੀ ਦਾ ਪੱਖ ਪੂਰਿਆ ਸੀ ਤੇ ਪੱਤਰਕਾਰਾਂ ਨੂੰ ਇਹ ਦੱਸਿਆ ਸੀਗਾ ਕਿ ਉਹ ਐਥਿਕਸ ਕਮਿਸ਼ਨਰ ਆਫਿਸ ਵਿੱਚ ਸੀਨੀਅਰ ਅਧਿਕਾਰੀ ਰਹਿ ਚੁੱਕੀ ਹੈ ਤੇ ਉਸ ਕੋਲ ਦਹਾਕੇ ਤੋਂ ਵੀ ਲੰਬਾ ਤਜਰਬਾ ਹੈ। ਪਿਛਲੇ ਕਮਿਸ਼ਨਰ ਦੇ ਮੈਡੀਕਲ ਲੀਵ ਉੱਤੇ ਜਾਣ ਉੱਤੇ ਵੀ ਉਸਨੇ ਅਹੁਦਾ ਸੰਭਾਲਿਆ ਸੀ। ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਭਾਰਤ ਦੇ ਨਾਲ ਪ੍ਰਸਤਾਵਿਤ ਵਪਾਰਕ ਸੰਧੀ ਤੇ ਗੱਲਬਾਤ ਤੇ ਰੋਕ ਲਗਾ ਦਿੱਤੀ ਹੈ। ਕੇਵਲ 3 ਮਹੀਨੇ ਪਹਿਲਾਂ ਦੋਹਾਂ ਦੇਸ਼ਾਂ ਨੇ ਕਿਹਾ ਸੀਗਾ ਕਿ ਉਹਨਾਂ ਦਾ ਮਕਸਦ ਇਸ ਸਾਲ ਇੱਕ ਸ਼ੁਰੂਆਤੀ ਸਮਝੌਤਾ ਕਰਨਾ ਹੈ। ਕੈਨੇਡਾ ਤੇ ਭਾਰਤ ਇੱਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਬਾਰੇ 2020 ਤੋਂ ਗੱਲਬਾਤ ਕਰ ਰਹੇ ਨੇ। ਇੱਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਗਲੇ ਹਫ਼ਤੇ ਭਾਰਤ ਦੌਰੇ ਤੋਂ ਪਹਿਲਾਂ ਕਿਹਾ ਕਿ ਵਪਾਰਕ ਗੱਲਬਾਤ ਲੰਬੀ ਅਤੇ ਜਟਿਲ ਪ੍ਰਕਿਰਿਆ ਹੈ। ਅਸੀਂ ਇਹ ਦੇਖਣ ਦੇ ਲਈ ਇਸ ਨੂੰ ਰੋਕਿਆ ਹੈ ਅਤੇ ਅਸੀਂ ਕਿੱਥੇ ਹਾਂ। ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਓਟਾਵਾ ਨੇ ਪਿਛਲੇ ਮਹੀਨੇ ਹੀ ਗੱਲਬਾਤ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਪਰ ਇਹ ਨਹੀਂ ਦੱਸਿਆ ਸੀਗਾ ਕਿ ਕਿਉਂ। ਭਾਰਤ ਅਤੇ ਕੈਨੇਡਾ ਨੇ ਮਈ 'ਚ ਕਿਹਾ ਸੀਗਾ ਕਿ ਉਹਨਾਂ ਦਾ ਮਕਸਦ ਵਿਵਾਦਾਂ ਨਾਲ ਨਜਿੱਠਣ ਦੇ ਲਈ ਇੱਕ ਤੰਤਰ ਸਥਾਪਿਤ ਕਰਦੇ ਹੋਏ ਵਪਾਰ ਵਧਾਉਣ ਅਤੇ ਨਿਵੇਸ਼ ਦਾ ਵਿਸਥਾਰ ਕਰਨ ਦੇ ਲਈ ਇਸ ਸਾਲ ਇੱਕ ਸ਼ੁਰੂਆਤੀ ਸਮਝੌਤੇ ਤੇ ਮੋਹਰ ਲਾਉਣਾ ਹੈ। ਪਿਛਲੇ ਮਹੀਨੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਕਿਹਾ ਸੀਗਾ ਕਿ ਭਾਰਤ G20 ਸਿਖਰ ਸੰਮੇਲਨ ਤੋਂ ਇਲਾਵਾ ਕੈਨੇਡਾ ਅਤੇ ਹੋਰ ਦੇਸ਼ਾਂ ਨਾਲ ਦੁਬੱਲੀ ਮੁਕਤ ਵਪਾਰ ਗੱਲਬਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਅਗਲੇ ਹਫ਼ਤੇ G20 ਸੰਮੇਲਨ ਦੇ ਲਈ ਭਾਰਤ ਦਾ ਦੌਰਾ ਕਰਨਗੇ। ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਦੇ ਸਮੂਹ ਲਈ ਉਹਨਾਂ ਦਾ ਸੰਦੇਸ਼ ਗਲੋਬਲ ਵਿੱਤੀ ਸੰਸਥਾਵਾਂ ਵਿੱਚ ਸੁਧਾਰ ਕਰਨ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੇ ਲਈ ਕਾਰਵਾਈ ਲਈ ਇੱਕ ਮਜ਼ਬੂਤ ਸੱਦਾ ਹੋਏਗਾ। ਵੀਰਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਦੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗੁਤਾਰੇਸ ਨੇ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਦੇ ਸਮੂਹ G20 ਨੂੰ ਉਹਨਾਂ ਦਾ ਸੰਦੇਸ਼ ਹੈ ਕਿ ਜਲਵਾਯੂ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ ਦੁਨੀਆ ਉਹਨਾਂ ਵੱਲ ਦੇਖ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦਾ ਇਹ ਸੱਦਾ ਬਹੁਤ ਮਹੱਤਵਪੂਰਨ ਹੈ ਕਿਉਂਕਿ G20 ਵਿੱਚ ਸ਼ਾਮਲ ਦੇਸ਼ ਦੇ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲੇ ਨੇ। G20 ਦਾ ਪ੍ਰਧਾਨ ਭਾਰਤ ਨਵੀਂ ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਸਿਖਰ ਸੰਮੇਲਨ ਦੇ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸਮੇਤ ਗਲੋਬਲ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਗੁਤਾਰੇਸ ਨੇ ਕਿਹਾ ਕਿ ਜਦੋਂ ਤੱਕ ਇੰਟਰਨੈਸ਼ਨਲ ਭਾਈਚਾਰਾ ਯਾਨੀ ਕਿ ਅੰਤਰਰਾਸ਼ਟਰੀ ਭਾਈਚਾਰਾ ਗਲੋਬਲ ਬਹੁਪੱਖੀ ਢਾਂਚੇ ਨੂੰ ਮਜ਼ਬੂਤ ਅਤੇ ਸੁਧਾਰ ਨਹੀਂ ਕਰਦਾ, ਉਦੋਂ ਤੱਕ ਚੀਜ਼ਾਂ ਬਿਹਤਰ ਨਹੀਂ ਹੋਣਗੀਆਂ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।